सतनाम श्री वाहिगुरु साहिब जी। चित बात भयो शांत अब जीव लहर वही दीन। केवल रूप अनंत हों रहयो सुबह सुबहीन। चित बात भयो शांत अब। वाहिगुरु जी का खालसा वाहिगुरु जी की फतेह। सतगुरु जी की कृपा नाल विचार माला की कथा समाप्ति तक पहुँच रही है। 22वां दौर अज प्रारंभ कर रहे हैं। 2-3 दिन गुरु साहब जी के दिहाड़ियां करके कथा नहीं हो सकी। आओ अज आप विचार श्रवण करिए। चित बात भयो शांत अब हिरदे दी जड़ी चितवनी है, चितवनी रूप बात कहिए हवा। अब हुण शांत ठंडी भाव बंद, ठंडी भाव बंद भयो हो गई है। क्योंकि पिछे प्रकरण चलदा आउंदिया ना कि आत्म स्वरूप जिहड़ा वा पानी दे भरे समुंदर वांग है। इस करके प्रकरण मुताबक चलदे आने करके चित बात भयो शांत अब। हिरदे दी चितवनी रूप जिहड़ी चितवनी आ, ये चितवनी रूप मानो बात कहिए हवा। ये हवा जिहड़ी आ अब कहिए हुण शांत भयो कहिए हो गई है। शांत अर्थ ठंडी भी हुंदा भी ठंडी हो गई जां भाव शांत आ भी बंद हो गई है। जीव लहर भई लीन ते जीव रूपी लहरां सत्ता रूप पानी विच लीन हो गई। इसलिए जिहड़ी जीव रूप लहर तरंगा ये भी लीन हो गई। जो चितवनियां ही शांत हो गई तो जीव रूपी जिहड़ियां तरंगा ये आत्म स्वरूप विच समुद्र दी नाई उठ रही, ये भी लीन हो गई हन। चित बात भयो आ शांत। जब चित दियां चितवनियां रूप बात हवा शांत हो गई ते जीव रूपी लहरां भी फिर विलीन हो गई हैं। सत्ता रूप जल दे विच ब्रह्म रूपी सत्ता विच केवल रूप आनंद हों। इत्थे पाठ जिहड़ा अनंत भी हैगा ते आनंद भी हैगा। हुण केवल कहिए सिर्फ मैं आनंद रूप सुख रूप ही ਰਹਿਓ ਰਹਿ ਗਿਆ ਹਾਂ। ਰਹਿਓ ਸੁਬਹ ਸੁਬਹੀਨ ਅਤੇ ਸੁਬਹ ਸੁਬ ਚੰਗੇ ਮਾੜੇ ਖਿਆਲਾਂ ਤੋਂ ਵੀ ਹੀਣ ਮੁਕਤ ਹੋ ਗਿਆ। ਸੁਭ ਤੇ ਕੰਨੇ ਚਾੜਾ ਨਿਕਲ ਗਿਆ, ਬਣ ਗਿਆ ਸੁਭ। ਜਿਹੜੇ ਅਸ਼ੁਭ ਮਾੜਾ ਸੁਭਾਅ, ਸ਼ੁਭ ਚੰਗਾ ਸੁਭਾਅ। ਅਸ਼ੁਭ ਜਿਹੜਾ ਮਾੜਾ ਸੁਭਾਅ ਪਾਪਾਂ ਦਾ ਕਰਮ ਕਰਨੇ ਜਿਹੜੇ, ਤੇ ਚੰਗਾ ਸੁਭਾਅ ਦਾ ਜਿਹੜਾ ਸ਼ਿਕਾਮ ਕਿਰਿਆ ਕਰਨੀ ਆ। कोई भी कर्म करना इच्छा सहित करना चंगा कर्म होंदा। चंगे माड़े कर्मां तो भी हीण मैं रहत हो गया हाँ। ते आनंद स्वरूप हाँ, केवल सिर्फ मैं केवल आनंद स्वरूप ही रह गया वा। ते चंगे माड़े सुभाव मेरा वो भी रह गया, खत्म हो गया, हीण नाश हो गया। जिथे केवल रूप अनंत हो, जे अनंत पाठ होवे एको एक ही अंत तो रहत अनंत रूप हाँ। केवल मैं सिर्फ ते चंगे माड़े सुभाव तो ही रहत हाँ। आत्म स्वरूप चंगा माड़ा सुभाव कोई नहीं, आनंद स्वरूप ही आत्मा। इस प्रकार कह रहे दोहरा इंद्रादक इच्छा कर
ਨਿਸ਼ਚਲ ਪਦ ਸੋ ਅਗਾਧ। ਅਰਥ ਵਾਸਤੇ ਵੀ ਜੋ ਅਗਾਧ ਰੂਪ ਚੱਲਣ ਤੋਂ ਰਹਿਤ, ਨਿਸ ਕੀਏ ਰਹਿਤ ਚਲ ਨਾਮ ਚਲਾਏ ਦਾ। ਚਲਾਏਮਾਨ ਤੋਂ ਰਹਿਤ ਭਾਵ ਚਲਾਏਮਾਨ ਕੀ ਤੋਂ ਰਹਿਤ ਪਦਵੀ ਹੈ ਜੋ, ਤੇ ਅਗਾਧ ਰੂਪ ਹੈ ਭਾਵ ਡੂੰਗੀ ਉੱਚੀ ਪਦਵੀ ਆ। ਤੇ ਇੰਦਰਾਦਿਕ, ਇੰਦਰ, ਬ੍ਰਹਮਾ, ਸ਼ਿਵ ਜੀ, ਵਿਸ਼ਨੂੰ ਆਦਿਕ ਜਿਹੜੇ ਦੇਵਤੇ ਵੀ ਇਸ ਪਦਵੀ ਦੀ ਇੱਛਾ ਕਰਦੇ ਆ। ਇੰਦਰਾਦਿਕ ਇੱਛਾ ਕਰ, ਇੰਦਰ ਤੋਂ ਲੈ ਕੇ ਆਦਿ ਜਿਹੜੇ ਦੇਵਤੇ ਸਾਰੇ ਨਾ, ਉਹ ਵੀ ਇੱਛਾ ਚਾਹਨਾ ਕਰਦੇ ਆ ਇਹਦੀ ਨਿਸ਼ਚਲ ਪਦ ਦੀ। ਜੋ ਬ੍ਰਹਮ ਸਰੂਪ ਆ, ਇਹ ਬ੍ਰਹਮ ਸਰੂਪ ਹੈ ਨਾ, ਚੱਲਣ ਤੋਂ ਰਹਿਤ ਚਲਾਇਮਾਨ ਕੀ ਰਹਿਤ, ਤੇ ਅਗਾਧ ਡੂੰਘਾ ਹੈ। ਉਸ ਬ੍ਰਹਮ ਸਰੂਪ ਦੀ ਉੱਚੀ ਚਲਾਇਮਾਨ ਤੋਂ ਰਹਿਤ ਪਦਵੀ ਨੂੰ ਇੰਦਰ ਆਦਿ ਕੀ ਚਾਹੁੰਦੇ ਆ, ਜਾਂ ਜੋ ਚੱਲਣ ਤੋਂ ਰਹਿਤ ਤੇ ਡੂੰਘੀ ਉੱਚੀ ਪਦਵੀ ਉਹ ਕੀ ਬ੍ਰਹਮਾਨੰਦ ਆ। ਬ੍ਰਹਮਾਨੰਦ ਦੀ ਇੰਦਰ ਆਦਿਕ ਵੀ ਇੱਛਾ ਕਰਦੇ, ਉਹਨਾਂ ਨੂੰ ਸੁੱਖ ਨਹੀਂ ਐਸਾ ਹੁੰਦਾ। ਉਹ ਬ੍ਰਹਮ ਗਿਆਨੀ ਨੂੰ ਹੈ, ਤੇ ਬ੍ਰਹਮ ਗਿਆਨੀ ਨੂੰ ਹੈਗਾ। ਪਿੱਛੇ ਸੁੱਖਾਂ ਦੇ ਪੜ੍ਹਿਆ ਸੀ ਨਾ ਵੀ ਜਿੰਨਾ ਇੰਨਾ ਬ੍ਰਹਮਾ ਨੂੰ ਵੀ ਸੁੱਖ ਆ ਨਾ, ਇੰਨਾ ਸੁੱਖ ਤੇ ਆਖਦੇ ਝਮੱਕੇ ਮਾਤਰ ਹੀ ਆ ਮਹਾਂਪੁਰਸ਼ ਨੂੰ, ਬ੍ਰਹਮ ਗਿਆਨੀ ਨੂੰ। ਤਾਂ ਗਿਆਨ ਇਹ ਸਥਿਤ ਸਦਾ, ਤਾਂ ਉਥੇ ਉਸ ਪਦਵੀ ਤੇ ਗਿਆਨ ਗਿਆਨਵਾਨ ਸਦਾ ਕਹੀਏ ਹਮੇਸ਼ਾ ਹੀ ਇਹ ਸਥਿਤ ਟਿਕੇ ਰਹਿੰਦੇ। ਜਿਸ ਪਦਵੀ ਦੀ ਇੱਛਾ ਕਰਦੇ ਨਾ ਦੇਵਤੇ ਵੀ, ਉਸ ਅਗਾਧ ਬੋਧ ਵੱਡੀ ਬ੍ਰਹਮਾਨੰਦ ਦੀ ਬਿਰਤੀ, ਗਿਆਨਵਾਨ ਦੀ ਜਿਹੜੀ ਬਿਰਤੀ ਆ, ਤਾਂ ਉੱਥੇ ਸਦਾ ਹੀ ਚੱਲ ਪਦਵੀ ਵਿੱਚ, ਅਗਾਧ ਪਦਵੀ ਵਿੱਚ ਟਿਕੀ ਰਹਿੰਦੀ, ਬ੍ਰਹਮਾਨੰਦ 'ਚ ਟਿਕੀ ਰਹਿੰਦੀ। ਮੈਂ ਤੂੰ ਯਹ ਵਹ ਬਾਦ, ਜਿੱਥੇ ਕਿ ਮੈਂ ਤੂੰ ਇਹ ਉਹ, ਇਹ ਤੇ ਉਹ ਅਦਵੈਤਾਵਾਦ ਹੁੰਦਾ, ਬਾਦ ਦੁਬਿਧਾ ਹੁੰਦੀ, ਇਹਦਾ ਵੀ ਬਾਦ ਨਾਸ ਹੋ ਜਾਂਦਾ। ਬਾਦ ਨਾਮ ਉਹਦਾ ਬਾਦ ਅਰਥ ਬਾਦ ਹੀ ਨਾਸ ਹੀ ਆ। ਪਰ ਜੇ ਆਪਾਂ ਬਾਦ ਦਾ ਅਰਥ ਝਗੜਾ ਵੀ ਕਰ ਸਕਦੇ ਹਾਂ, ਤੇ ਇਹ ਝਗੜਾ ਨਹੀਂ ਆ ਉੱਥੇ ਮੈਂ ਤੂੰ ਦਾ। ਇਹ ਹੋਰ ਮੈਂ ਜਾਂ ਜੀਵ, ਯਹ ਮਤਲਬ ਜਿਹੜਾ ਈਸ਼ ਆ, ਇਹ ਜਿਹੜਾ ਮੈਂ ਜੀਵ ਈਸ਼ ਦਾ ਜਿਹੜਾ ਹੈਗਾ ਨਾ ਬਾਦ ਝਗੜਾ, ਇਹ ਵੀ ਉੱਥੇ ਬਾਦ ਕਹੀਏ ਨਾਸ ਹੋ ਗਿਆ, ਇਹ ਵੀ ਉੱਥੇ ਹੈ ਨਹੀਂ ਆ। ਬ੍ਰਹਮਾਨੰਦ ਦੀ ਪ੍ਰਾਪਤੀ ਵਿੱਚ ਮੈਂ ਤੂੰ ਵਾਲਾ ਜਿਹੜਾ ਬਾਦ ਝਗੜਾ, ਇਹ ਵੀ ਬਾਦ ਕਹੀਏ ਨਾਸ। ਗਿਆਨੀ ਸਦਾ ਹੀ ਗਿਆਨ ਵਿੱਚ ਸਥਿਤ ਰਹਿੰਦਾ। ਦੋਹਰਾ ਜਾਗਰਤ ਸੁਪਨ ਤਾਂ ਨਹੀਂ, ਜਿਹੜੀ ਜਾਗਰਤ ਅਵਸਥਾ ਹੁੰਦੀ ਆ, ਉਹਦੇ ਵਿੱਚ ਪੰਜ ਕਰਮ ਇੰਦਰੀਆਂ, ਜਿਹੜੀਆਂ ਅੱਖਾਂ, ਪੰਜ ਕਰਮ ਇੰਦਰੀਆਂ ਗੁਦਾ, ਉਪਸਥ, ਚਰਨ, ਵਾਕ, ਹੱਥ, ਤੇ ਪੰਜ ਗਿਆਨ ਇੰਦਰੀਆਂ ਅੱਖਾਂ, ਨੱਕ, ਰਸਨਾ, ਕੰਨ, ਚਮੜੀ, ਤੇ ਅੰਤ ਚਤੁਸ਼ਟ ਅੰਤ ਹੈ ਕਾਰਨ। ਤੇ ਇਹਨਾਂ 14 ਦੇ ਜਿਹੜੇ ਦੇਵਤੇ ਆ ਉਹ ਉੱਥੇ ਆਉਂਦੇ ਆ, ਆਪਣਾ ਲਿਖੇ ਆ ਅਭਿਮਾਨੀ ਦੇਵਤੇ, ਜਿਹੜੇ ਵਿਚਾਰ ਚੰਦਰ ਉਹਦੇ 'ਚ ਆਉਂਦੇ ਆ। ਇਹਨਾਂ ਦੇ ਵਿਸ਼ੇ 14, 28 ਤੋਂ 14 42, 42 ਕੰਮ ਕਰਦੇ ਜਾਗਰਤ ਅਵਸਥਾ 'ਚ, ਉਹਨੂੰ ਜਾਗਰਤ ਅਵਸਥਾ ਕਹਿੰਦੇ। ਉੱਥੇ ਜਾਗਰਤ ਅਵਸਥਾ ਆਪਾਂ ਪਿੱਛੇ ਵੀ ਪੜ੍ਹਿਆ, ਜਿਹੜੇ ਜਾਗਦੇ ਸਭ ਕੁਝ ਦੇਖ ਰਹੇ ਅਸੀਂ। ਜਾਗਰਤ ਅਵਸਥਾ, ਜਾਗਰਤ ਅਵਸਥਾ ਵੀ ਉੱਥੇ ਤਾਂ ਨਹੀਂ, ਉੱਥੇ ਨਹੀਂ ਹੈ। ਸੁਆਪਨ ਅਵਸਥਾ
ਵੀ ਜੋ ਜਾਗਰਤ ਅਵਸਥਾ ਤੇ ਸੁਖੋਪਦੀ ਦੇ ਵਿਚਕਾਰ ਦੀ ਅਵਸਥਾ ਸੁਪਨ ਅਵਸਥਾ ਜਦੋਂ ਸੌਂਦੇ ਹਾਂ, ਜਿਸ ਸੁਪਨ ਅਵਸਥਾ ਵਿੱਚ ਪੁਰਾਣੇ ਸੰਸਕਾਰ ਅਨੁਸਾਰ ਜੋ ਕੁਝ ਪਿਛੇ ਵੇਖਿਆ ਹੁੰਦਾ, ਕੇਵਲ ਉਹ ਜਿਹੜਾ ਜਾਗਰਤ ਅਵਸਥਾ ਪਿਛੇ ਵੇਖਿਆ ਹੁੰਦਾ ਨਾ, ਪੁਰਾਣੀਆਂ ਸਿਮਰਤੀਆਂ ਉਹ ਪ੍ਰਗਟ ਹੋਣਗੇ ਆਉਂਦੀਆਂ ਸੁਪਨੇ ਵਿੱਚ ਕਈ ਵੇਲੇ। ਤੇ ਉਹ ਸੁਪਨਾ ਇਹਦਾ ਜਿਹੜਾ ਕਦੀ ਵੇਖਿਆ ਨਹੀਂ ਹੁੰਦਾ, ਪਰ ਪਿਛਲੇ ਜਨਮ ਦਾ ਸੰਸਕਾਰ ਹੁੰਦਾ। ਜੇ ਸੁਪਨ ਅਵਸਥਾ ਵੀ ਉੱਥੇ ਨਹੀਂ, ਗਿਆਨ ਬ੍ਰਹਮਾਨੰਦ ਵਿੱਚ ਜੈ ਸੁਖੋਪਤ ਮਨ ਲੀਨ। ਸੁਖੋਪ ਦੀ ਅਵਸਥਾ ਜਿਹੜੀ ਹੁੰਦੀ ਆ, ਉਹ ਪਿੱਛੇ ਵੀ ਪੜਿਆ ਤੇ ਹੁਣ ਦੱਸ ਦਈਏ ਵੀ ਇਹ ਜਾਗਰਤ ਤੇ ਸੁਪਨ ਦੋਵੇਂ ਨਹੀਂ ਰਹਿੰਦੀਆਂ। ਤੇ ਇਹ ਤੀਜੀ ਅਵਸਥਾ ਸੁਖੋਪ ਦੀ ਐਂਡ ਲਈ ਉਹ ਤੋਂ ਅੱਗੇ ਤੁਰਿਆ, ਜਿੱਥੇ ਸੁਖੋਪਤ ਅਵਸਥਾ ਵਿੱਚ ਮਨ ਲੀਨ ਹੋ ਜਾਂਦਾ। ਗਾੜੀ ਨੀਂਦ ਨੂੰ ਸੁਖੋਪ ਦੀ ਕਹਿੰਦੇ, ਜਿੱਥੇ ਚਿੱਤ ਜਿਹੜਾ ਸੁਖੋਪਤ ਅਵਸਥਾ ਵਿੱਚ ਲੀਨ ਹੋ ਜਾਂਦਾ, ਮਿਲ ਜਾਂਦਾ। ਮੈਂ ਤੂੰ ਤਹਾਂ ਨਾ ਸੰਭਵ ਹੈ, ਤੇ ਤਾਂ ਉੱਥੇ ਮੈਂ ਤੇ ਤੂੰ ਭਾਵ ਮੇਰੇ ਤੇ ਕਹਿਣਾ ਬਣਦਾ ਹੀ ਨਹੀਂ। ਜਿੱਥੇ ਮਨ ਸੁਖੋਪਤੀ ਵਿੱਚ ਲੀਨ ਹੋ ਜਾਂਦਾ, ਆਤਮਾ ਨਹੀਂ ਸਕੀਨ, ਕੇਵਲ ਆਤਮ ਆਪਣਾ ਆਪ, ਆਪਣਾ ਸਰੂਪ ਹੀ ਨਿਸ਼ਚੇ ਯਕੀਨਨ ਕੀਤਾ ਹੈ, ਕਰੀਦਾ ਹੈ। ਤਹਾਂ ਜਗਤ ਸੁਪਨ ਤਹਾਂ ਨਹੀਂ, ਉੱਥੇ ਜਾਗਰਤ ਸੁਪਨ ਅਵਸਥਾ ਨਹੀਂ ਹੈ। ਤੇ ਸੁਖੋਪਤ ਮਨ ਲੀਨ, ਤੇ ਨਾ ਹੀ ਸੁਖੋਪਤੀ ਹੈ ਜਿਸ ਵਿੱਚ ਮਨ ਲੀਨ ਹੋ ਜਾਂਦਾ। ਸੁਖੋਪਤੀ 'ਚ ਮਨ ਲੀਨ ਹੋ ਜਾਂਦਾ ਨਾ, ਬੁੱਧੀ ਲੀਨ ਹੋ ਜਾਂਦੀ ਜਾ ਕੇ ਅਗਿਆਨ ਦੇ ਵਿੱਚ। ਜਦ ਆਤਮ ਸਰੂਪ ਬ੍ਰਹਮ ਨੂੰ ਨਿਸ਼ਚੈ ਕਰ ਲਿਆ, ਜਦੋਂ ਆਤਮ ਸਰੂਪ ਬ੍ਰਹਮ ਨੂੰ ਨਿਸ਼ਚੈ ਕਰ ਲਿਆ ਨਾ, ਯਕੀਨ ਕਰ ਲਿਆ, ਤਾਂ ਫਿਰ ਉੱਥੇ ਮੈਂ ਤੂੰ ਤਾਂ ਨਾ ਸੰਭਵੇ। ਉੱਥੇ ਮੈਂ ਤੂੰ ਜਿਹੜਾ ਦਵੰਦਵਾਦ ਆ, ਦਵੈਤਵਾਦ, ਇਹ ਕਹਿਣਾ ਸੰਭਵ ਨਹੀਂ ਹੈ। ਜਾਂ ਸਿੱਧਾ ਸੁਖੋਪਤ ਮਨ ਲੀਨ, ਜਿਵੇਂ ਸੁਖੋਪਤੀ 'ਚ ਮਨ ਲੀਨ ਹੋ ਜਾਂਦਾ ਨਾ, ਉੱਥੇ ਮੈਂ ਤੂੰ ਕਹਿਣਾ ਸੰਭਵ ਹੀ ਨਹੀਂ। ਗਾੜੀ ਨੀਂਦ ਛੋੜੀ ਹੁੰਦਾ, ਨਾ ਮੈਂ ਤੇ ਨਾ ਤੂੰ, ਉੱਥੇ ਤਾਂ ਕੋਈ ਅਵਸਥਾ ਉੱਥੇ ਵੀ ਨਹੀਂ ਹੁੰਦੀ। ਇਸੇ ਤਰ੍ਹਾਂ ਆਤਮ ਨਿਸ਼ਚੈ, ਜਦੋਂ ਆਪਣੀ ਆਤਮ ਨੂੰ, ਆਪਣੇ ਬ੍ਰਹਮ ਸਰੂਪ ਨੂੰ ਨਿਸ਼ਚੈ ਕਰ ਲਿਆ, ਫਿਰ ਉੱਥੇ ਮੈਂ ਤੂੰ ਜਿਹੜਾ ਸੰਭਵ ਨਹੀਂ, ਬਣਦਾ ਹੀ ਨਹੀਂ ਕਹਿਣਾ। ਦੋਹਰਾ ਪਾਠ ਸਹੀ। ਜਾਗਰਤ ਸੁਪਨ ਤਹਾਂ ਨਹੀਂ, ਜੈ ਸੁਖੋਪਤ ਮਨ ਲੀਨ। ਜਿੱਥੇ ਸੁਖੋਪਤੀ 'ਚ ਮਨ ਲੀਨ ਦਾ, ਉੱਥੇ ਜਾਗਰਤ ਸੁਪਨ ਅਵਸਥਾ ਨਹੀਂ ਹੈਗੀ। ਤੇ ਜਿੱਥੇ ਸੁਖੋਪਤੀ 'ਚ ਮਨ ਲੀਨ ਹੋ ਜਾਂਦਾ, ਉੱਥੇ ਮੈਂ ਤੂੰ ਵੀ ਨਹੀਂ ਹੁੰਦਾ। ਇਹ ਵੀ ਗੱਲ ਨਾਲ ਹੀ ਲਾ ਲੈਣੀ। ਤੇ ਆਤਮ ਨਿਸ਼ਚੈ ਦੀ ਵੱਖਰੀ ਗੱਲ ਕਰ ਲੈਣੀ, ਵੀ ਜਿੱਥੇ ਆਤਮਾ ਨਿਸ਼ਚੈ ਕਰ ਲਿਆ, ਬ੍ਰਹਮ ਸਰੂਪ ਆਤਮਾ ਨਿਸ਼ਚੈ ਕਰ ਲਿਆ, ਤੇ ਮੈਂ ਤੂੰ ਤਾਂ ਨਾ ਸੰਭੇ, ਉੱਥੇ ਵੀ ਮੈਂ ਤੂੰ ਨਹੀਂ ਰਹਿੰਦਾ। ਸੁਖੋਪ ਦੀ ਅਵਸਥਾ ਵੀ ਇੱਕ ਬੜਾ ਵੱਡਾ ਆਨੰਦ ਆ, ਗਾੜੀ ਨੀਂਦ, ਉੱਥੇ ਵੀ ਕੋਈ ਫੁਰਨਾ ਨਹੀਂ ਹੁੰਦਾ। ਦੋਹਰਾ ਗਿਆਨੀ ਕਰੇ ਅਨੇਕ ਕਰਮ, ਗਿਆਨੀ ਗਿਆਨਵਾਨ। ਇੱਕ ਹੁੰਦਾ ਗਿਆਨ ਨੂੰ ਧਾਰਨ ਵਾਲਾ, ਕਰਨ ਵਾਲਾ ਗਿਆਨੀ, ਗਿਆਨਵਾਨ ਅਨੇਕ ਕਰਮ, ਬਹੁਤ ਤਰ੍ਹਾਂ ਦੇ ਕਰਮ ਕਰਦਾ ਹੈ। ਬੇਦਵਤ ਜਗ ਵਿਵਹਾਰ, ਪਰ ਕਰਦਾ ਬੇਦਵਤ, ਕਈ ਤਰ੍ਹਾਂ ਦੇ ਨਾਲ, ਜਗ ਸੰਸਾਰ ਰੀਤੀ ਅਨੁਸਾਰ ਵੀ ਵਿਵਹਾਰ ਕਈ ਕੰਮਕਾਰ ਕਰੇ ਕਰਦਾ। ਜਗ ਵਿਵਹਾਰ, ਸੰਸਾਰ ਦੇ ਜਿਹੜੇ ਵਿਵਹਾਰਕ ਕੰਮ ਆ ਨਾ, ਹਨਾ, ਸੰਸਾਰ ਦੇ ਕੰਮਾਂ ਕਾਰ ਜਿਹੜੇ ਆ ਨਾ, ਬੇਦਵਤ ਹੈ, ਭਾਵ ਮਰਿਆਦਾ ਅਨੁਸਾਰ ਹੀ ਕਰਦਾ, ਤੇ ਅਨੇਕਾਂ ਹੀ ਕਰਮ ਕਰਦਾ। ਗਿਆਨੀ ਵੀ ਕਰਦਾ ਹੀ ਆ। ਜਿਹੜਾ ਗਿਆਨਵਾਨ ਪੁਰਸ਼, ਜਿਵੇਂ ਭਗਤ ਨਾਮਦੇਵ ਜੀ ਕੱਪੜਿਆਂ ਨੂੰ ਛਾਪੇ ਵੀ ਲਾ ਰਹੇ, ਕਾਹੇ ਸੀ ਪੋਸ਼ ਵਾਲੇ ਆਰਾਮ ਨਾਲ ਲਾਓ ਚੀਜ਼, ਗਿਆਨੀ ਸੀ ਭਗਤ ਨਾਮਦੇਵ ਜੀ, ਦੇ ਉਹ ਅਨੇਕਾਂ ਕਰਮ ਕਰ ਰਹੇ ਸਨ ਉਦੋਂ।
ਤੇ ਸੰਸਾਰ ਕੋ ਵਿਹਾਰੀ ਸੀ ਉਹ, ਵਿਧਵਤ ਮਰੈਦਾ ਨਾਲ ਜਿਵੇਂ ਬਣਦਾ ਗ੍ਰਹਿਸਤੀ ਦਾ ਫਰਜ਼ ਹੈ। ਲਿਪੈ ਨਾ ਧੂਮਾਂ ਆਕਾਸ਼ ਜਿਉ, ਪਰ ਗਿਆਨੀ ਦੀ ਅਵਸਥਾ, ਪਰ ਉਹ ਇਹਨਾਂ ਦੇ ਵਿੱਚ ਕਦੇ ਲਿਪੈ ਕਹੀਏ ਲਪਾਏਮਾਨ ਨਹੀਂ ਹੁੰਦਾ। ਲਿਪੈ ਨਾ, ਫਿਰ ਵੀ ਉਹ ਇਹਨਾਂ ਦੇ ਵਿੱਚ ਕਦੇ ਲਿਪਾਏਮਾਨ ਨਹੀਂ ਹੁੰਦਾ। ਧੂਮਾਂ ਆਕਾਸ਼ ਜਿਉ, ਜਿਵੇਂ ਧੂਮ ਤੇ ਕੰਨਾਂ ਵਿੱਚ ਨਿਕਲ ਗਿਆ ਐੜਾ, ਬਣ ਗਿਆ ਆਕਾਸ਼। ਧੂਮ ਆਕਾਸ਼, ਜਿਵੇਂ ਧੂਮ ਆਕਾਸ਼, ਜਿਵੇਂ ਆ ਵੀ ਆਕਾਸ਼ ਦਾ ਜਿਹੜਾ ਧੂੰਆਂ ਕਰਕੇ ਲਪਾਏਮਾਨ ਨਹੀਂ ਹੁੰਦਾ, ਕਿ ਜਿਵੇਂ ਆਕਾਸ਼ ਧੂਏ ਕਰਕੇ ਲਪਾਏਮਾਨ ਨਹੀਂ ਹੁੰਦਾ ਨਾ। ਜਾਣਿਓ ਜਗਤ ਅਸਾਰ, ਧੂਏ ਨਾਲ ਆਕਾਸ਼ ਵੀ ਲਪਾਏਮਾਨ ਨਹੀਂ ਹੁੰਦਾ, ਲਿਬੜਦਾ ਨਹੀਂ। ਆਕਾਸ਼ ਦੇ ਵਿੱਚ ਧੂਆਂ ਜਾਣਾ, ਆਕਾਸ਼ ਕਾਲਾ ਮੈਲਾ ਨਹੀਂ ਹੁੰਦਾ। ਇੱਥੇ ਲੈਟਰਾਂ ਕਰਦੇ ਆ, ਗੰਦ ਪਾਉਂਦੇ, ਜਿਵੇਂ ਉਹਦੇ ਨਾਲ ਆਕਾਸ਼ ਮੈਲਾ ਨਹੀਂ ਹੁੰਦਾ। ਆਕਾਸ਼ ਅਸੰਗ, ਉਹ ਥਾਂ ਉਹ ਕਵਰ ਕਰ ਲੈਂਦਾ, ਛੱਡ ਦਿੰਦਾ ਉਹ ਨਹੀਂ ਥਾਂ। ਜਿਵੇਂ ਲੈਟਰਨ ਦੇ ਵਿੱਚ ਉਹ ਬਣਿਆ ਹੁੰਦਾ ਨਾ ਗੋਲ ਜਿਹਾ ਥਾਂ, ਉਹ ਉੱਥੇ ਆਕਾਸ਼ ਦਾ ਹਿੱਸਾ ਖਾਲੀ ਥਾਂ, ਤੇ ਉੱਥੇ ਖਾਲੀ ਥਾਂ ਆ, ਉੱਥੇ ਲੈਟਰਿਨ ਕਰਦੇ ਹੋ, ਆਕਾਸ਼ ਮੈਲਾ ਨਹੀਂ ਹੁੰਦਾ, ਸੀਟ ਹੀ ਮੈਲੀ ਹੁੰਦੀ। ਇਸੇ ਤਰ੍ਹਾਂ ਜਿਵੇਂ ਆਕਾਸ਼ ਵਿੱਚ ਧੂਆਂ ਜਾਣ ਨਾਲ ਆਕਾਸ਼ ਮੈਲਾ ਨਹੀਂ ਹੁੰਦਾ, ਇਸ ਤਰ੍ਹਾਂ ਗਿਆਨੀ ਵੀ ਅਸੰਗ ਰਹਿੰਦਾ, ਲਪਾਏਮਾਨ ਨਹੀਂ ਹੁੰਦਾ ਜਗਤ ਦੇ ਵਿਹਾਰਾਂ ਵਿੱਚ। ਕੰਮ ਸਾਰੇ ਕਰਦਾ ਵੀ ਆ, ਕਿਉਂਕਿ ਜਾਣਿਓ ਜਗਤ ਸਾਰ, ਗਿਆਨੀ ਨੇ ਸੰਸਾਰ ਨੂੰ ਸੰਸਾਰ ਸ੍ਰੇਸ਼ਟ ਨਹੀਂ ਜਾਣਿਆ, ਅਸਾਰ ਝੂਠਾ ਜਾਣਿਆ ਹੈ। ਇਸ ਕਰਕੇ ਉਹ ਲਪਾਏਮਾਨ ਨਹੀਂ ਹੁੰਦਾ। ਮਤਲਬ ਖਚਿਤ ਨਹੀਂ ਹੁੰਦਾ। ਭਗਤਾਂ ਸਾਰਿਆਂ ਨੇ ਕਿਰਿਆ ਵੀ ਕੀਤੀਆਂ ਸੰਸਾਰੀ, ਫਿਰ ਹੀ ਲਪਾਏਮਾਨ ਨਹੀਂ। ਸਤਿਗੁਰੂ ਨਾਨਕ ਸਾਹਿਬ, ਜੈਸੇ ਜਲ ਮਹਿ ਕਲਪ ਕਮਲ ਨਿਰਾਲ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਇਸ ਤਰ੍ਹਾਂ ਹੈ ਬ੍ਰਹਮ ਗਿਆਨੀ। ਗਿਆਨੀ ਪੁੱਛਿਆ ਸਾ ਦੋਹਰਾ। ਜਾਣਿਓ ਜਗਤ ਸਾਰ, ਜਾਗਰਤ ਮੋਹਿ ਸਖੋਪਤ ਸੀ। ਗਿਆਨੀ ਦੀ ਜਾਗਰਤ ਦੇ ਵਿੱਚ ਵੀ, ਜੇ ਜਾਗਦਾ ਗਿਆਨੀ ਪ੍ਰਤੱਖ, ਜਿੱਥੇ 42 ਕਿਰਿਆ ਕੰਮ ਕਰਦੀਆਂ ਦੇਵਤੇ, ਜਿਵੇਂ ਹੁਣੇ ਪੜ੍ਹਿਆ, ਜਿੱਥੇ ਵੀ 14 ਦੇਵਤੇ, 14 ਇਹਨਾਂ ਦੇ ਵਿਸ਼ੇ, ਗਿਆਨੀ ਦਰਿਆਂ ਦੇ ਅੰਤःਕਰਨ, 5 ਕਰਮ ਇੰਦਰੇ, 5 ਗਿਆਨ ਇੰਦਰੇ, ਜਿੱਥੇ 42 ਕਰਮ ਕਰਦੇ ਨਾ, ਆਈ ਜਾਗਰਤ ਅਵਸਥਾ। ਜਾਗਰਤ ਅਵਸਥਾ ਵਿੱਚ ਵੀ ਸਖੋਪਤ ਸੀ। ਸਖੋਪਤ ਵਰਗੀ ਅਵਸਥਾ ਹੁੰਦੀ ਗਿਆਨੀ ਦੀ। ਜਾਗਰਤ ਵਿੱਚ ਵੀ ਐ ਕੋਈ ਮੈਂ ਤੂੰ ਨਹੀਂ ਇੱਥੇ, ਐ ਜਿਵੇਂ ਸੋ ਗਾੜੀ ਨੀਚ ਹੁੰਦਾ ਨਾ ਆਨੰਦ, ਇਸ ਤਰ੍ਹਾਂ ਜਾਗਰਤ ਵਿੱਚ ਵੀ ਗਿਆਨੀ ਸਖੋਪਤੀ ਅਵਸਥਾ ਵਰਗਾ ਹੀ ਰਹਿੰਦਾ। ਅਥਵਾ ਵੀ ਗਿਆਨਵਾਨ ਜਿਹੜਾ ਸਤ ਚੇਤਨ ਆਨੰਦ ਸਰੂਪ ਬ੍ਰਹਮ ਦੇ ਵੱਲ ਜਾਗਰਤ ਜਾਗਦੇ ਆ, ਅਤੇ ਅਸਤ ਜੜ ਦੁੱਖ ਰੂਪ ਸੰਸਾਰ ਵੱਲੋਂ ਇੰਦਰੀਆਂ ਕਰਕੇ ਸਖੋਪਤੀ ਅਵਸਥਾ ਸੀ ਕਹੀਏ ਵੱਤ, ਸਖੋਪਤ ਅਵਸਥਾ ਵਿੱਚ ਲੀਨ ਹੋ ਜਾਂਦੇ ਆ। ਸੰਸਾਰ ਵੱਲੋਂ ਸਖੋਪਤ ਅਵਸਥਾ ਧਾਰੀ ਹੈ, ਤੇ ਬ੍ਰਹਮ ਵੱਲੋਂ ਜਾਗਰਤ ਅਵਸਥਾ ਧਾਰੀ, ਮੁੱਕਦੀ ਗੱਲ। ਇਸ ਤਰ੍ਹਾਂ ਉਹਨਾਂ ਦੀ ਗਿਆਨਵਾਨ ਦੀ ਜਾਗਰਤ ਅਵਸਥਾ ਵਿੱਚ ਸਖੋਪਤ ਵਰਗੀ ਅਵਸਥਾ ਹੁੰਦੀ, ਸਿੱਧਾ ਅਰਥ ਦੇ ਹੋਈ। ਕਿਉਂਕਿ
ਸੁਖੋਪਤ ਅਵਸਥਾ ਵਿੱਚ ਜੀਵ ਦੇ ਮਨ ਇੰਦਰੀ ਜਿਹੜੇ ਆ ਉਹ ਅਵਿਦਿਆ ਵਿੱਚ ਲੀਨ ਹੋ ਜਾਂਦੇ ਆ ਤੇ ਕੋਈ ਵੀ ਚੰਗੀ ਮੰਦੀ ਕਿਰਿਆ ਨਹੀਂ ਹੁੰਦੀ। ਗਾੜੀ ਨੀਂਦ ਜਿੱਥੇ ਉੱਥੇ ਤੁਸੀਂ ਵੇਖੋ ਕੋਈ ਫੁਰਨਾ ਹੀ ਨਹੀਂ ਹੁੰਦਾ, ਕੋਈ ਸੁਪਨਾ ਹੀ ਨਹੀਂ ਹੁੰਦਾ ਗਾੜੀ ਨੀਂਦ 'ਚ ਤੇ ਕੋਈ ਵੀ ਖਿਆਲ ਫੁਰਨਾ ਨਹੀਂ। ਜਦੋਂ ਮਨ ਜਾਗਰਤ 'ਚ ਆਉਂਦਾ ਉਦੋਂ ਮਨ ਬੁੱਧੀ ਵੀ ਸੰਕਲਪ ਵਿਕਲਪ ਸ਼ੁਰੂ ਕਰ ਦਿੰਦੇ। ਜਿਵੇਂ ਗਿਆਨੀ ਜਿਹੜਾ ਵਾ ਉਹ ਆਮ ਜਾਗਰਤ ਅਵਸਥਾ ਵਿੱਚ ਵੀ ਮਨ ਇੰਦਰੀਆਂ ਕਰਕੇ ਚੰਗੀ ਮੰਦੀ ਕਿਰਿਆ ਹੰਗਤਾ ਸ਼ਾਇਦ ਨਹੀਂ ਉਹਦੀ ਹੁੰਦੀ, ਤੇ ਜੇ ਉਹ ਪ੍ਰਤੱਖ ਤੌਰ ਤੇ ਇੰਦਰੀਆਂ ਕਰਕੇ ਕਿਰਿਆ ਕਰਦੇ ਦਿਖਦੇ ਹਨ। ਮਤਵਾਰੇ ਕੀ ਖੇਲ, ਜੇ ਪ੍ਰਤੱਖ ਤੌਰ ਤੇ ਆ ਜਿਵੇਂ ਵੀ ਉਹ ਗਿਆਨੀ ਕੋਈ ਪੁਰਸ਼ ਕਰਮ ਕਰਦਾ, ਕੋਈ ਇੱਧਰ ਉੱਧਰ ਹਿਲਦਾ ਜੁਲਦਾ ਕਿਰਿਆ ਕਰਦਾ ਦਿਖਦਾ ਨਾ, ਤੇ ਕਹਿੰਦੇ ਵੀ ਉਹ ਤੇ ਮਤਵਾਰੇ ਮਸਤ ਪੁਰਸ਼ ਦੀ ਕੇਲ ਕਰੀੜਾ ਵਾਂਗ। ਠੀਕ ਆ, ਮਤਵਾਰੇ ਮਸਤੀ ਦੀ ਅਵਸਥਾ ਦੀ ਕੇਲ ਕਰੀੜਾ ਸਮਝ ਲਓ ਦੀ, ਮਤਲਬ ਮਸਤੀ 'ਚ ਕਰਨ ਡਿਆ ਉਹਦਾ ਕੋਈ ਹੈ ਨਹੀਂ। ਜਿਵੇਂ ਮਸਤੀ 'ਚ ਕੰਮ ਐਵੇਂ ਲੱਗੇ ਰਹਿਣਾ, ਕੋਈ ਚਾਹ ਨਾਲ ਛੇਤੀ ਨਿਬੇੜ ਦਈਏ ਮਜ਼ੇ ਜਿਹੇ ਨਾਲ, ਇਸ ਤਰ੍ਹਾਂ ਮਸਤਾਨਿਆਂ ਪੁਰਸ਼ਾਂ ਦੀ ਮਤਵਾਰੇ ਕਹੀਏ, ਮਸਤ ਪੁਰਸ਼ਾਂ ਦੀ ਕੇਲ ਕਰੀੜਾ ਆ ਉਹਦੀ। ਮਸਤਾਨਾ ਪੁਰਸ਼ ਜਿਹੜਾ ਇੰਦਰੀਆਂ ਕਰਕੇ ਜੋ ਕਿਰਿਆ ਕਰਦਾ ਉਹ ਕਿਸੇ ਵੀ ਪ੍ਰਯੋਜਨ ਦੀ ਵੀ ਮੇਰਾ ਛੇਤੀ ਕਾਰਜ ਜੇ ਇਸ ਤਰ੍ਹਾਂ ਨਹੀਂ ਕਰਦਾ, ਸਿੱਧੀ ਲਈ ਨਹੀਂ ਕਰਦਾ, ਬਲਕਿ ਸੁਤੇ ਸਿੱਧੀ ਹੁੰਦੀ ਹੈ। ਐਵੇਂ ਜੋ ਮਰਜ਼ੀ ਕਰੀ ਜਾਂਦਾ, ਉਹਨੂੰ ਇਹ ਥੋੜ੍ਹੀ ਵੀ ਇਹਦਾ ਕੋਈ ਸਾਨੂੰ ਲਾਭ ਹੋ ਜਾਊ। ਗਿਆਨ ਵਾਂ ਦੀ ਕਿਰਿਆ ਵੀ ਸੁਤੇ ਸਿੱਧੀ ਹੁੰਦੀ ਹੈ। ਕਰੇ ਚੇਸ਼ਟਾ ਬਾਲ ਜਿਉ ਜੱਜੇ ਦੀ ਸਿਆਰੀ ਜਈਏ ਹੋੜਾ ਬਿੰਦੀ ਜਿਉ। ਦੂਜਾ ਦ੍ਰਿਸ਼ਟਾਂਤ ਦੇ ਰਹੇ ਆ ਕਿ ਜਿਵੇਂ ਮਗੂੜੇ ਤੇ ਪਿਆ ਬਾਲਕ ਜਿਹੜਾ ਹੱਥ ਪੈਰ ਹਿਲਾਉਂਦਾ, ਇਸ ਰੂਪ ਵਿੱਚ ਜੋ ਚੇਸ਼ਟਾ ਕੋਈ ਹਰਕਤ ਕਰਦਾ ਹੈ ਉਹ ਚਾਹ ਕੇ ਜਾਣ ਬੁੱਝ ਕੇ ਨਹੀਂ ਹੁੰਦੀ, ਸੁਤੇ ਸਿੱਧੀ ਹੁੰਦੀ। ਕਰੇ ਚੇਸ਼ਟਾ ਬਾਲ ਜਿਉਂ, ਜੇ ਭੰਗੂੜੇ 'ਚ ਪਿਆ ਬੱਚਾ ਹੱਥ 'ਚ ਮਾਰੀ ਜਾਂਦਾ, ਪੈਰ ਮਾਰੀ ਜਾਂਦਾ, ਮਤਲਬ ਜਾਣ ਬੁੱਝ ਕੇ ਨਹੀਂ ਕਰਦਾ, ਸੁਤੇ ਸਿੱਧੀ। ਉਹਦੇ ਅੰਗ ਹੀ ਇਹੋ ਜਿਹੇ ਵੀ ਆਪਣੇ ਆਪ ਹੀ ਹੋਈ ਜਾਂਦੀ ਚੇਸ਼ਟਾ ਜੀ। ਇਉਂ ਗਿਆਨੀਆਂ ਦੀ ਹਰ ਚੇਸ਼ਟਾ ਸੁਤੇ ਸਿੱਧੀ ਆ। ਜਾਂ ਬੱਚਾ ਇੱਛਾ ਅਨੁਸਾਰ ਖੇਡਣਾ ਕਰਦਾ, ਜਿਵੇਂ ਗਿਆਨੀ ਪੁਰਸ਼ ਦੀ ਵੀ ਸੁਤੇ ਸਿੱਧੀ ਇਹ ਚੇਸ਼ਟਾ ਹੁੰਦੀ ਕਰੀੜਾ ਕੰਮ ਕਰਨ ਦੀ। ਆਤਮ ਸੁਖ ਰਹਿਓ ਝੇਲ, ਇਉਂ ਗਿਆਨਵਾਨ ਸਰਬ ਆਤਮ ਬ੍ਰਹਮ ਦੇ। ਆਤਮ ਕਹੀਏ ਜੋ ਸਾਰਿਆਂ ਦਾ ਆਤਮਾ ਹੈ, ਉਹ ਕੀ ਬ੍ਰਹਮ ਦੇ ਸੁੱਖ ਆਨੰਦ ਨੂੰ ਝੇਲ ਸਹਾਰੇ, ਭਾਵ ਝੇਲਦਾ ਅਰਥ ਹੁੰਦਾ ਸਹਾਰ ਰਹੇ ਆ, ਮਾਣ ਰਹੇ। ਬ੍ਰਹਮ ਗਿਆਨੀ ਆਪਣੇ ਆਤਮਿਕ ਆਨੰਦ ਨੂੰ ਮਾਣਦਾ ਵਾ, ਬ੍ਰਹਮ ਗਿਆਨੀ, ਤੇ ਆਪਣੀ ਸਵੈ ਇੱਛਾ ਅਨੁਸਾਰ ਕੰਮ ਕਰਦਾ ਹੋਇਆ ਵੀ ਆਤਮਿਕ ਆਨੰਦ ਵਿੱਚ ਝੇਲ ਕਹੀਏ ਮਿਲਿਆ ਰਹਿੰਦਾ। ਵਿਹਾਰ 'ਚ ਉਹ ਨਹੀਂ ਫਸਦੇ। ਗੁਰਮੁਖ ਪਰਵਿਰਤ ਨਿਰਵਿਰਤ ਪਛਾਣ, ਪ੍ਰਵਿਰਤੀ ਕਰਨੀ ਵੀ ਜਾਣਦੇ, ਨਿਰਵਿਰਤੀ ਕਰਨੀ ਵੀ ਗੁਰਮੁਖ ਜਾਣਦੇ। ਗੁਰਮੁਖ ਬ੍ਰਹਮ ਗਿਆਨੀ ਹੁੰਦੇ, ਕਿਉਂਕਿ ਗੁਰਮੁਖ ਰੋਮ ਰੋਮ ਹਰਦੇ ਆਵੇ, ਰੋਮ ਰੋਮ ਕਰਕੇ ਧਿਆਉਂਦੇ ਤੇ ਬ੍ਰਹਮ ਗਿਆਨੀ ਆ। ਉਹ ਘੱਟ ਥੋੜ੍ਹੀ ਹੈ, ਸਿਮਰਨ ਕਰਨ ਵਾਲੇ ਤੇ ਪਰਮੇਸ਼ਰ ਦਾ ਹੀ ਰੂਪ ਆ। ਇਸ ਪ੍ਰਕਾਰ ਉਹਨਾਂ ਦੀ ਕਿਰਿਆ ਹੈ। ਰਹਿਓ ਰਾਹੇ ਨੂੰ ਸਿਆਰੀ ਜਈਏ ਹੋੜਾ, ਰਹਿਓ ਝੇਲ। ਇਹ ਪਾਠ ਸ਼ੁੱਧ ਕਰ ਲੈ। ਜਾਗਰਤ ਮਾਹੇ ਸਖੋਪਤ ਸੀ ਮਤਵਾਰੇ ਕੀਚੇ ਕੇਲ, ਕਰੇ ਚੇਸ਼ਟਾ ਬਾਲ ਜਿਉ ਜੱਜੇ ਸਿਆਰੀ ਜਈਏ ਹੋੜਾ ਬਿੰਦੀ ਜਿਉ। ਆਤਮ ਸੁਖ ਰਹਿਓ ਝੇਲ। ਠੀਕ ਆ ਜੀ। ਹੁਣ ਸੋਰਠਾ ਅੱਗੇ ਦੋਹਰੇ। ਹੁਣ ਸੋਰਠਾ ਸੁਆਪਨ ਰਾਵ ਭਇਓ ਰੰਕ, ਜਿਵੇਂ ਕੋਈ ਰਾਵ ਕਹੀਏ ਰਾਜਾ, ਪਲੰਗ ਦੇ ਸੁੱਤਿਆਂ ਹੋਇਆਂ ਸੁਪਨੇ ਵਿੱਚ ਰੰਕ ਕੰਗਾਲ ਭਇਓ ਹੋ ਗਿਆ। ਭਇਓ ਹੋ ਜਾਂਦਾ। ਜਿਵੇਂ ਕੋਈ ਰਾਵ ਕਹੀਏ ਰਾਜਾ, ਉਹਨੂੰ ਸੁਪਨਾ ਆ ਜੇ
ਤੇ ਸੁਪਨੇ ਦੇ ਵਿੱਚ ਵੀ ਉਹ ਰੰਗ ਕੰਗਾਲ ਹੋ ਜਾਂਦਾ, ਸੁਪਨਾ ਆਉਂਦਾ ਹੋਵੇ। ਉਸ ਕੰਗਾਲਤਾ ਵਿੱਚ ਪ੍ਰਾਣ ਤਜੇ ਤਹਿ ਸ਼ੁਦਾ ਵਸ, ਉਸ ਕੰਗਾਲਤਾ ਵਿੱਚ ਸ਼ੁਦਾ ਕਹੀਏ ਭੁੱਖ ਦੇ ਵਸ ਵਸੀਕਾਰ ਹੋਇਆ ਤੇ ਪ੍ਰਾਣ ਕਹੀਏ ਪ੍ਰਾਣ ਸਾਹ ਆਪਣੇ ਤਜੇ ਛੱਡ ਦੇਵੇ। ਠੀਕ ਆ, ਛੱਡ ਦਿੰਦਾ, ਮਰ ਜਾਂਦਾ ਵੀ ਪ੍ਰਾਣ ਭੁੱਖ ਲੱਗ ਜੇ ਤੇ ਪ੍ਰਾਣ ਛੱਡ ਦਿੰਦਾ ਹੈ। ਵਿਚਾਰ ਸਾਗਰ 'ਚ ਇਹ ਵੀ ਥੋੜਾ ਜਿਹਾ ਆ ਜਾਏਗਾ। ਜਾਗੇ ਵਹਿ ਪਰਯੰਕ ਹਾ ਹੈ ਪਰੰਤੂ ਜਦੋਂ ਪਰ ਵਹਿ ਗਈਏ, ਵਹਿ ਪਰਯੰਕ ਭਾਵ ਵਹਿ ਦਾ ਅਰਥ ਉਸੇ ਪਲੰਗ ਤੇ, ਪਰਯੰਕ ਦਾ ਅਰਥ ਪਲੰਗ ਤੇ ਜਦੋਂ ਉਹ ਜਾਗ ਪੈਂਦਾ ਹੈ ਤੇ ਦੇਖਦਾ ਕੀ ਹੈ, ਵਿਸਮੈ ਰਹਿ ਹਰਖ ਪੁਨ। ਜਦੋਂ ਦੇਖਦਾ ਜਾ ਕੇ ਕੀ ਵੇਖਦਾ ਵੀ ਉਹੀ ਮੇਰਾ ਸ਼ਾਹੀ ਪਰਯੰਕ ਪਲੰਗ ਆ, ਉਹੀ ਮੇਰਾ ਰਾਜ ਭਾਗ ਆ। ਉਹ ਮਨਾ ਇਹ ਤੇ ਸੁਪਨੇ ਦਾ ਦੁੱਖ ਸੀ। ਠੀਕ ਆ, ਇਹਦੇ ਭਰਮੀ ਸੀ, ਮੈਂ ਤੇ ਸੁਪਨਾ ਆਇਆ ਸੀ। ਵਿਸਮੈ ਰਹਿ ਹਰਖ ਪੁਨ, ਫਿਰ ਪੁਨ ਹਰਖ ਖੁਸ਼ ਹੁੰਦਾ ਤੇ ਹੈਰਾਨ ਰਹਿ ਜਾਂਦਾ ਵੀ ਓਹੋ ਇਹ ਤੇ ਮੈਨੂੰ ਸੁਪਨਾ ਆਉਣ ਡਿਆ ਸੀ, ਮੈਂ ਕਾਹਨੂੰ ਇੰਨਾ ਦੁੱਖ ਪਾਉਣ ਡਿਆ। ਕਿੰਨਾ ਦੁਖੀ ਹੋਇਆ ਮੈਂ ਤੇ, ਕੰਗਾਲ ਹੋ ਗਿਆ, ਭੁੱਖ ਵਸ ਹੋ ਕੇ ਮਰ ਗਿਆ, ਮੇਰੀ ਤੇ ਬੜੀ ਬੁਰੀ ਹਾਲਤ ਹੋ ਗਈ। ਇਸ ਹੈਰਾਨ ਰਹਿ ਜਾਂਦਾ ਵੀ ਸੁਪਨੇ ਵਿੱਚ ਕੀ ਕੁਝ ਵੇਖ ਲਿਆ, ਤੇ ਹਰਖ ਪੁਨ ਫਿਰ ਖੁਸ਼ ਹੋ ਜਾਂਦਾ, ਨਹੀਂ ਮੇਰਾ ਤੇ ਰਾਜ ਭਾਗ ਸ਼ਾਹੀ ਪਲੰਗ ਸਭ ਕੁਝ ਹੈਗਾ, ਇਹ ਤੇ ਇੱਕ ਸੁਪਨਾ ਹੀ ਆਇਆ ਸੀ ਮੈਨੂੰ। ਇਸੇ ਪ੍ਰਕਾਰ ਇਹਦਾ ਅੰਤਰੀ ਅਰਥ ਹੀ ਵਿਦਵਾਨ ਕਰਦੇ ਆ, ਸੁਆਪਨ ਰਾਵ ਭਇਓ ਰੰਗ। ਵੀ ਇਹਦਾ ਅਰਥ ਦੂਜਾ ਐਵੇਂ ਹੁੰਦਾ ਵੀ ਐਵੇਂ ਜਿਹੜਾ ਜੀਵ ਰੂਪੀ ਰਾਜਾ, ਰਾਵ ਜੀਵ ਰੂਪੀ ਰਾਜਾ ਤੇ ਅਗਿਆਨ ਦੀ ਨੀਂਦ ਆ, ਤੇ ਸੁਪਨਾ ਕੀ ਆ, ਸੁਪਨ ਕੀ ਆ, ਭਰਮ ਰੂਪੀ ਸੁਪਨਾ। ਉਹਦੇ ਵਿੱਚ ਇਹ ਕੀ ਆ ਵੀ ਉਪਾਧੀ ਰੂਪ ਪਲੰਗ, ਵਿਦਿਆ ਦੀ ਉਪਾਧੀ ਰੂਪ ਜਿਹੜਾ ਪਲੰਗ ਆ ਨਾ, ਜੀਵ ਰੂਪੀ ਉਪਾਧੀ ਜਿਹੜੀ, ਇਹ ਵਿਦਿਆ ਦੀ ਉਪਾਧੀ ਰੂਪ ਪਲੰਗ ਦੇ ਪਿਆ ਹੋਣ ਕਰਕੇ ਆਤਮਕ ਆਨੰਦ ਵੱਲੋਂ ਤੇ ਰੰਗ ਭਇਓ ਭਾਵ ਕੰਗਾਲ ਹੋ ਗਿਆ। ਆਤਮਕ ਆਨੰਦ ਇਹਨੂੰ ਕੋਈ ਨਹੀਂ, ਅਵਿਦਿਆ ਦੀ ਉਪਾਧੀ ਰੂਪੀ ਪਲੰਗ ਆ। ਠੀਕ ਆ, ਤੇ ਉਹਦੇ ਤੇ ਜੀਵ ਰੂਪੀ ਰਾਜਾ ਸੁੱਤਾ ਵਾ, ਕਿਹਦੇ ਵਿੱਚ, ਅਗਿਆਨ ਦੀ ਨੀਂਦ ਵਿੱਚ। ਭਰਮ ਰੂਪੀ ਸੁਪਨਾ ਸ਼ੁਰੂ ਹੋਇਆ ਇਹਨੂੰ, ਤੇ ਇਹ ਕੀ ਆਤਮਕ ਆਨੰਦ ਵੱਲੋਂ ਕੰਗਾਲਾ ਹੋ ਗਿਆ, ਕੰਗਾਲ ਹੋ ਗਿਆ। ਇਸ ਕੰਗਾਲਤਾ ਵਿੱਚ ਕੀ ਹੁੰਦਾ ਫਿਰ, ਭੁੱਖ ਲੱਗਦੀ। ਕਿਹੜੀ ਜੀਵ ਨੂੰ ਲੱਗੀ ਆ, ਆਸਾ ਤ੍ਰਿਸ਼ਨਾ ਰੂਪੀ, ਲੰਮੀਆਂ ਆਸਾ, 2 ਸਾਲਾਂ ਨੂੰ ਆਹ ਕਰਾਂਗੇ, ਇਹ ਕਰਾਂ, ਮਾਇਆ ਦੀ ਤ੍ਰਿਸ਼ਨਾ। ਇਹ ਭੁੱਖ ਦੇ ਅਧੀਨ ਹੋ ਜਾਂਦਾ। ਫਿਰ ਜੀਵ ਰੂਪੀ ਰਾਜਾ ਸੁੱਤਾ ਪਰ ਰੂਪੀ ਸੁਪਨੇ ਆਸਾ ਤ੍ਰਿਸ਼ਨਾ ਰੂਪੀ ਭੁੱਖ ਦੇ ਅਧੀਨ ਹੋ ਕੇ ਨਾ, ਪ੍ਰਾਣ ਤਜੇ ਤੈ ਸ਼ੁਦਾ ਵਸ, ਵੀ ਉਸ ਆਸਾ ਤ੍ਰਿਸ਼ਨਾ ਰੂਪੀ ਸ਼ੁਦਾ ਭੁੱਖ ਦੇ ਵਸ ਹੋਇਆ। ਇਹ ਪ੍ਰਭੂ ਦਾ ਜਿਹੜਾ ਸਿਮਰਨ ਰੂਪੀ ਹੈ ਨਾ ਨਾਮ, ਜਿਹੜਾ ਪ੍ਰਭੂ ਦਾ ਉਹ ਪ੍ਰਾਣ ਤਿਆਗ ਦਿੰਦਾ, ਭਾਵ ਸਿਮਰਨ ਛੱਡ ਦਿੰਦਾ। ਤੇ ਜਾਗੇ ਵਹੀ ਪਰਯੰਕ ਹੈ, ਸਿਮਰਨ ਰੂਪੀ ਪ੍ਰਾਣਾਂ ਨੂੰ ਛੱਡ ਦਿੰਦਾ। ਤੇ ਜਦੋਂ ਸਰੂਪ ਰੂਪੀ ਪਲੰਗ ਜਦੋਂ ਸਰੂਪ ਰੂਪੀ ਪਲੰਗ ਤੇ ਇਹ ਗਿਆਨ ਅਵਸਥਾ ਵਿੱਚ ਜਾਗਦਾ, ਭਾਵ ਪਰਯੰਕ, ਜਦੋਂ ਜਾਗਦਾ ਨਾ, ਜਦੋਂ ਗਿਆਨ ਦੀ ਅਵਸਥਾ ਵਿੱਚ ਆਤਮ ਸਰੂਪ ਦਾ ਗਿਆਨੀ ਬਣਦਾ ਹੈ, ਫਿਰ ਇਹਨੂੰ ਦੇਖਦਾ ਵੀ ਮੇਰਾ ਤੇ ਸਰੂਪ ਰੂਪੀ ਪਲੰਗ ਇਹ ਤੇ ਉਹੀ ਆ ਹੈ, ਮੇਰਾ ਤੇ ਆਤਮ ਸਰੂਪ ਆ,
ਮੇਰੇ ਦੇ ਸਰੂਪ ਵਿੱਚ ਕੋਈ ਆਸਾ ਨਹੀਂ, ਕੋਈ ਤ੍ਰਿਸ਼ਨਾ ਨਹੀਂ, ਕੋਈ ਅਗਿਆਨ ਨਹੀਂ ਹੈ, ਭਰਮ ਰੂਪੀ ਸੁਪਨਾ ਨਹੀਂ ਹੈਗਾ, ਕੋਈ ਅਗਿਆਨ ਦੀ ਨੀਂਦ ਨਹੀਂ ਹੈਗੀ। ਫਿਰ ਅਚਰਜੀ ਵਿਸਮੈ ਰਹਿ ਵਿਸਮਾਦ ਰਹਿੰਦਾ ਹੈ, ਅਚਰਜ ਹੋ ਕੇ ਰਹਿ ਜਾਂਦਾ ਤੇ ਖੁਸ਼ੀਆਂ ਭਰਿਆ ਵਾਹਿਗੁਰੂ ਦੇ ਪ੍ਰਗਟਾਵ ਦੀਆਂ ਗੱਲਾਂ ਕਰਦਾ। ਠੀਕ ਹੈ ਜੀ। ਹਰਕ ਪੁੰਨ ਫਿਰ ਖੁਸ਼ ਹੋ ਜਾਂਦਾ। ਮੇਰਾ ਤੇ ਆਤਮ ਸਰੂਪ 'ਚ ਤੇ ਕੋਈ ਦੁੱਖ ਹੀ ਨਹੀਂ ਹੈਗਾ। ਮਨਾ ਤੂੰ ਕਿਹੜੇ ਸੁਪਨੇ 'ਚ ਡੁੱਬ ਗਿਆ, ਕਿਹੜੀ ਕੰਗਾਲਤਾ 'ਚ ਪੈ ਗਿਆ। ਇਹਦਾ ਅੰਤਰੀ ਅਰਥ ਇਹ ਵਿਦਵਾਨ ਜਿਹੜਾ ਉਹ ਕਰਦੇ ਹਨ, ਜਿਹਦੀ ਵਿਚਾਰ ਆਪਾਂ ਕੀਤੀ ਆ। ਥੋੜਾ ਜਿਹਾ ਕਰ ਫਿਰ ਦੱਸ ਹੀ ਦੇਵਾਂਗੇ। ਸੋ ਆਪਣਾ ਰੂਪ ਭਇਓ ਰੰਗ ਵੀ ਜਿਹੜਾ ਜੀਵ ਰੂਪੀ ਰਾਜਾ ਅਗਿਆਨ ਦੀ ਨੀਂਦ ਆ, ਉਸ ਨੀਂਦ ਵਿੱਚ ਭਰਮ ਰੂਪੀ ਸੁਪਨੇ 'ਚ ਪੈ ਕਰਕੇ ਅਵਿਦਿਆ ਰੂਪੀ ਪਲੰਘ ਤੇ ਪਿਆ ਹੋਇਆ ਹੈ। ਜੀਵ ਰੂਪੀ ਰਾਜਾ ਜਿਸ ਕਰਕੇ ਆਤਮਿਕ ਆਨੰਦ ਵੱਲੋਂ ਕੰਗਾਲ ਹੋ ਗਿਆ। ਇਸ ਕੰਗਾਲਤਾ ਵਿੱਚ ਹੀ ਪਿਆ ਪਏ ਨੂੰ ਆਸਾ ਤ੍ਰਿਸ਼ਨਾ ਰੂਪੀ ਭੁੱਖ ਲੱਗਦੀ ਹੈ, ਜਿਸ ਕਰਕੇ ਪ੍ਰਭੂ ਸਿਮਰਨ ਜਿਹੜਾ ਉਹ ਪ੍ਰਾਣ ਆ ਉਹਨਾਂ ਨੂੰ ਤਿਆਗ ਦਿੰਦਾ। ਭਾਵ ਪ੍ਰਭੂ ਸਿਮਰਨ ਨੂੰ ਤਿਆਗ ਦਿੰਦਾ। ਪ੍ਰਭੂ ਸਿਮਰਨ ਤੋਂ ਬਿਨਾਂ ਆਤਮ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਪ੍ਰਭੂ ਸਿਮਰਨ ਇਹ ਫਿਰ ਕਰਨ ਲੱਗ ਪੈਂਦਾ, ਗੁਰੂ ਧਾਰਨ ਕਰਦਾ, ਗਿਆਨ ਦੀ ਅਵਸਥਾ ਵਿੱਚ ਜਾਗ ਜਾਂਦਾ। ਗਿਆਨ ਅਵਸਥਾ ਵਿੱਚ ਜਾ ਕੇ ਅਚਰਜੀ ਰਹਿ ਜਾਂਦਾ। ਫਿਰ ਖੁਸ਼ੀਆਂ ਮਾਣਦਾ ਹੈ, ਵਿਸਮਾਦ ਰਹਿੰਦਾ ਹੋਇਆ ਤੇ ਹਰ ਇੱਕ ਪੁੰਨ ਖੁਸ਼ੀ ਮਾਣਦਾ ਆਪਣੇ ਸਰੂਪ ਦੀ ਪ੍ਰਾਪਤੀ ਕਰਕੇ। ਵੀ ਯਾਗ ਹੈ ਵਾਹਿ ਪਰ ਯੰਕ ਹੈ ਵੀ ਮੇਰਾ ਤੇ ਵੀ ਉਹ ਜਿਹੜਾ ਸਰੂਪ ਰੂਪੀ ਪਲੰਘ ਆ ਉਹ ਤੇ ਕਿਤੇ ਵੀ ਨਹੀਂ ਗਿਆ ਹੈ। ਇਹ ਤੇ ਮੈਂ ਭਰਮ ਰੂਪੀ ਸੁਪਨੇ ਵਿੱਚ ਪੈਣੇ ਕਰਕੇ ਕੰਗਲਾ ਹੋ ਗਿਆ, ਗਿਆਨ ਦੀ ਨੀਂਦ 'ਚ ਸੁੱਤਾ। ਇਸ ਪ੍ਰਕਾਰ ਇਹਦਾ ਅੰਤਰੀ ਅਰਥ ਜਿਹੜਾ ਹੁੰਦਾ ਹੈ। ਦੋਹਰਾ ਸਾ ਤ੍ਰਿਸ਼ਨਾ ਨਹਿ ਕਛੂ, ਜਿਸ ਸਰੂਪ ਵਿੱਚ ਲੰਬੇ ਜਿਹੜੇ ਲੰਮੇ 2 ਸਾਲਾਂ ਨੂੰ ਆਹ ਕਰਾਂਗੇ, 3 ਸਾਲਾਂ ਨੂੰ ਆਸਾ ਹੁੰਦੀ ਹੈ। ਤ੍ਰਿਸ਼ਨਾ ਹੁੰਦੀ ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ। ਇਹ ਤ੍ਰਿਸ਼ਨਾ ਹੁੰਦੀ ਹੈ ਜਿਹੜੀ ਅੱਗੇ ਤੋਂ ਅੱਗੇ ਵਧੀ, ਸੈਸ ਕਟੇ ਲੱਖ ਕੋਟ ਧਾਰੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਭਾਵੇ। ਤ੍ਰਿਸ਼ਨਾ ਜਿਸ ਸਰੂਪ ਵਿੱਚ ਆਸਾ ਤ੍ਰਿਸ਼ਨਾ ਨਹਿ ਕਛੂ ਕੁਝ ਵੀ ਨਹੀਂ ਹੈ। ਨਹਿ ਤਹਿ ਏਕ ਅਰ ਦੋਏ ਅਤੇ ਤਹਿ ਹੈ ਉੱਥੇ ਇੱਕ ਜਾਂ ਦੋ ਕਹਿਣਾ ਵੀ ਨਹੀਂ ਬਣਦਾ। ਏਕ ਅਰ ਦੋ, ਇੱਕ ਤੇ ਦੋ ਵੀ ਉੱਥੇ ਨਹੀਂ ਹੈ। ਆਪ ਦੋ ਹੋਣ ਤੇ ਇੱਕ ਕਹੀਏ, ਉੱਥੇ ਤੇ ਦੋ ਹੈ ਹੀ ਨਹੀਂ ਆ। ਇੱਕ ਵੀ ਕਹਿਣਾ ਕਾਹਨੂੰ, ਮਤਲਬ ਉਹਦੇ ਸਰੂਪ ਦਾ ਨਾਲ ਦਾ ਬਰਾਬਰ ਦਾ ਕੋਈ ਹੈ ਨਹੀਂ। ਲਾਗ ਦੀਰਘ ਰਹਿ ਅਗਣ ਗਣ, ਕੋਈ ਛੋਟਾ ਲੱਗ ਕਹੀਏ ਛੋਟਾ, ਦੀਰਘ ਕਹੀਏ ਵੱਡਾ, ਛੋਟਾ ਜਾਂ ਵੱਡਾ ਹੈ। ਲੱਗ ਫਿਰ ਕੀ ਆ, ਜੀਵ ਛੋਟਾ ਹੀ ਮੰਨਦਾ ਜੀਵ ਆਪਣੇ ਨੂੰ, ਦੀਰਘ ਵੱਡਾ ਈਸ਼ਵਰ ਪੁਣੇ ਨੂੰ ਮੰਨਦਾ। ਇਹ ਵੀ ਨਹੀਂ ਹੈ। ਉਹ ਜਿਹੜਾ ਸਰੂਪ ਹੈ ਮੇਰਾ ਆਤਮ ਸਰੂਪ, ਉਹ ਛੋਟਾ ਵੱਡਾ ਜਾਂ ਜੀਵ ਈਸ਼ਵਰ ਪੁਣੇ 'ਚ ਨਹੀਂ ਹੈ, ਸਗੋਂ ਇਹ ਜੀਵ ਈਸ਼ਵਰ ਨੂੰ ਸੱਤਿਆ ਬਖਸ਼ਣ ਵਾਲਾ ਹੈ। ਆਗਾਨ ਗਾਣ ਕਹੀਏ ਗਿਣਤੀ, ਆਗਾਨ ਕਹੀਏ ਗਿਣਤੀ ਗਿਣਤੀ ਪੁਣਾ, ਗਿਣਤੀ ਤੋਂ ਰਹਿਤ ਪੁਣਾ। ਇਹ ਜਿਸ ਰੂਪ ਵਿੱਚ ਇਹ ਵੀ ਨਹੀਂ ਹੈਗੇ, ਉਹਦੀ ਕੋਈ ਗਿਣਤੀ ਮਿਣਤੀ ਵੀ ਨਹੀਂ ਹੈਗੀ। ਹਾਂਜੀ, ਚੇਦ ਸਰੂਪ ਮਮ ਸੋਏ, ਮੇਰਾ ਮਨ ਸੋਏ, ਮੇਰਾ ਤੇ ਸੋਏ ਜੇ ਕਹੀਏ ਉਹ ਜਿਹੜਾ ਸੋਏ, ਉਹ ਸੋਏ ਦਾ ਅਰਥ ਉਹ ਮਮ ਜਿਹੜਾ ਮੇਰਾ ਸਰੂਪ ਆ, ਉਹ ਤੇ ਚੇਤਨ ਸਰੂਪ ਹੈ। ਚੇਤਨ ਕੀ ਹੈ, ਪ੍ਰਕਾਸ਼ ਰੂਪ। ਬਸ ਨਾ ਤੇ ਉਹਦੀ ਗਿਣਤੀ ਮਿਣਤੀ ਹੈ, ਨਾ ਛੋਟਾ ਵੱਡਾ ਹੀ ਹੈ, ਕਿਉਂਕਿ ਸਰਬ ਦਾ ਆਤਮਾ ਹੀ। ਜੋ ਆਤਮਾ ਮੇਰੇ ਸਰੂਪ ਜੋ ਇਸ ਸਰੀਰ 'ਚ ਸਰਬ ਵਿਆਪੀ ਆਤਮਾ ਮੇਰਾ ਬ੍ਰਹਮ ਸਰੂਪ ਹੋਣਾ ਕਰਕੇ, ਇਸ ਕਰਕੇ ਜੀਵਾਂ ਦੀ ਸਰੀਰਾਂ ਦੀ ਵੀ ਗਿਣਤੀ ਆ, ਉਹ ਗਿਣਤੀ ਤੋਂ ਪਰੇ ਹੈ। ਜੀਵਾਂ ਵਿੱਚ ਵੀ ਸਥਿਤ ਹੈ, ਜੀਵਾਂ ਤੋਂ ਬਾਹਰ ਵੀ ਸਥਿਤ ਹੈ। ਇਸ ਕਰਕੇ ਗਿਣਤੀ ਮਿਣਤੀ ਤੋਂ ਰਹਿਤ ਆ।
ਗਿਣਤੀ ਤੋਂ ਵੀ ਰਹਿਤ ਆ, ਕਿਉਂਕਿ ਗਿਣਤੀ ਦੇ ਵਿੱਚ ਹੋਵੇ ਤਾਂ ਗਿਣਤੀ ਤੋਂ ਰਹਿਤ ਆਖਿਆ ਜਾ ਸਕਦਾ ਨਾ। ਜਦੋਂ ਗਿਣਤੀ ਵਿੱਚ ਹੀ ਨਹੀਂ ਹੈਗਾ, ਫਿਰ ਗਿਣਤੀ ਤੋਂ ਰਹਿਤ ਵੀ ਕੀ ਕਹਿਣਾ। ਇਸ ਤਰ੍ਹਾਂ ਮੇਰਾ ਸਰੂਪ ਹੈ, ਛੋਟਾ ਵੱਡਾ ਨਹੀਂ ਹੈ। ਉਹ ਤੇ ਜਿਮੀ ਜਮਾਂ ਕੇ ਵੇਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾਧ ਹੋਤ ਹੈ। ਐਸਾ ਚੇਤਨ ਸਰੂਪ ਹੈ, ਉਹਦੇ ਵਿੱਚ ਆਸਾ ਤ੍ਰਿਸ਼ਨਾ ਕੁਝ ਨਹੀਂ ਹੈ, ਇੱਕ ਦੋ ਕਹਿਣਾ ਵੀ ਬਣਦਾ ਨਹੀਂ। ਇਹ ਜਿਹੜਾ ਕਹਿ ਰਹੇ ਆ, ਸੋ ਇੱਥੇ ਜਿਹੜਾ ਸਮਾਪਤੀ। ਚਲੋ ਇੱਕ ਦੋਹਰਾ ਹੋਰ ਪੜ੍ਹਦੇ ਨੇ। ਦੋਹਰਾ ਅਗ ਹੈ ਅਗੋਚਰ ਏਕ ਰਸ। ਉਹ ਜਿਹੜਾ ਚੇਤਨ ਬ੍ਰਹਮ ਹੈ, ਗ੍ਰਹਿ ਨਾਮ ਦਾ ਗ੍ਰਹਿਣ ਦਾ, ਆ ਨਾਮ ਰਹਿਤ ਦਾ। ਗ੍ਰਹਿਣ ਤੋਂ ਰਹਿਤ, ਗ੍ਰਹਿ ਨਾਮ ਪਕੜਨ ਦਾ ਤੇ ਆਹ ਨਾਮ ਰਹਿਤ ਦਾ। ਉਹ ਚੇਤਨ ਬ੍ਰਹਮ ਪਕੜਨ ਤੋਂ ਰਹਿਤ। ਪ੍ਰਕਾਸ਼ ਕਦੀ ਫੜਿਆ ਨਹੀਂ ਜਾਂਦਾ, ਇਹ ਗੱਲ ਪੱਕੀ। ਚਾਨਣ ਹੋਣ ਨੂੰ ਫੜ ਸਕਦੇ ਹਾਂ, ਕਦੀ ਨਹੀਂ ਫੜ ਸਕਦੇ। ਹੁਣ ਫੜ ਨਹੀਂ ਸਕਦੇ ਚਾਨਣ ਨੂੰ। ਕਮਰੇ ਦੀ ਸੀਮਾ ਜ਼ਰੂਰ ਹੈਗੀ ਵੀ ਉਹ ਕਮਰ ਕੰਧਿਆ ਕਰਕੇ ਅੰਦਰ ਅੰਦਰ ਕਵਰ ਹੈਗਾ, ਪਰ ਦੀ ਪਕੜ ਨਹੀਂ, ਆਪਾਂ ਹੱਥ 'ਚ ਨਹੀਂ ਫੜ ਸਕਦੇ। ਉਹ ਚੇਤਨ ਬ੍ਰਹਮ ਕਿਹੜਾ ਹੈ, ਮੇਰਾ ਐਸਾ ਸਰੂਪ, ਉਹ ਪਕੜ ਤੋਂ ਰਹਿਤ, ਹੱਥਾਂ ਕਰਕੇ ਪਕੜਿਆ ਨਹੀਂ ਜਾ ਸਕਦਾ। ਅਗੋਚਰ, ਇੰਦਰੀਆਂ ਕਰਕੇ ਅਵਿਸ਼ੇ ਰੂਪ ਆ। ਅੱਖਾਂ ਨਾਲ ਉਸ ਚੇਤਨ ਨੂੰ ਦੇਖਿਆ ਨਹੀਂ ਜਾ ਸਕਦਾ। ਅੱਖਾਂ ਦੀ ਦ੍ਰਿਸ਼ਟੀ 'ਚ ਨਜ਼ਰੀ ਆਉਣ ਵਾਲਾ ਨਹੀਂ ਹੈ। ਜੇ ਬ੍ਰਹਮ ਪਰਮੇਸ਼ਰ ਦੀ ਵਿਚਾਰ ਕਰੀਏ ਤੇ ਸਾਧ ਸੰਗਤ ਦੇ ਪ੍ਰਕਾਸ਼ ਹੀ ਬੜਾ। ਮੁੱਕਦੀ ਗੱਲ, ਜੀਵ ਜਦੋਂ ਚੜ੍ਹਾਈ ਕਰਦਾ, ਵੇਖੋ ਅੰਦਰੋਂ ਸਾਨੂੰ ਕੁਝ ਵੀ ਦਿਖਦਾ, ਕੁਝ ਵੀ ਨਹੀਂ ਦਿਖਦਾ। ਅੱਖਾਂ ਦਾ ਵਿਸ਼ਾ ਨਹੀਂ ਹੈ, ਕੰਨਾਂ ਦਾ ਵਿਸ਼ਾ ਨਹੀਂ ਹੈ, ਕਿਉਂਕਿ ਪ੍ਰਕਾਸ਼ ਕੋਈ ਬੋਲਦਾ ਨਹੀਂ। ਠੀਕ ਹੈ ਜੀ, ਮਤਲਬ ਇੰਦਰੀਆਂ ਦੇ ਵਿਸ਼ੇ ਨਹੀਂ ਆ, ਛੂਹ ਨਹੀਂ ਸਕਦੇ, ਪਕੜ ਨਹੀਂ ਸਕਦੇ, ਚੱਖ ਨਹੀਂ ਸਕਦੇ। ਇਸ ਤਰ੍ਹਾਂ ਅਗੋਚਰ ਆ। ਗੋ ਨਾਮ ਇੰਦਰੀਆਂ ਦਾ, ਚਾਰ ਨਾਮ ਚੱਲਣ ਦਾ, ਆ ਨਾਮ ਰਹਿਦਾ। ਇੰਦਰੀਆਂ ਕਰਕੇ ਚੱਲਣ ਤੋਂ ਰਹਿਤ। ਇੱਕ ਰਸ, ਫਿਰ ਇੱਕ ਰਸ ਆ। ਇੱਕ ਰਸ ਤਾਂ ਹੀ ਉਹਨੂੰ ਕਿਹਾ ਨਾ ਵੀ ਉਹ ਛੋਟਾ ਵੱਡਾ, ਮਤਲਬ ਇੱਕ ਰਸ ਹੀ ਹੈ, ਇੱਕ ਸਮਾਨ। ਜਿੱਦਾਂ ਬਲਬ ਜਗਦਾ, ਕਮਰੇ ਵਿੱਚ ਦਾ ਪ੍ਰਕਾਸ਼ ਹੁੰਦਾ, ਉਹ ਇੱਕ ਰਸ ਹੁੰਦਾ। ਮਤਲਬ ਇੱਕ ਰਸ ਹੀ ਸਾਰੇ ਭੈਣ ਡਿਆ ਹੁੰਦਾ। ਇਹ ਨਹੀਂ ਵੀ ਕਿਤੇ ਕੰਨ 'ਤੇ ਵੱਧ ਪ੍ਰਕਾਸ਼ ਦੇਣ ਡਿਆ, ਕਿਤੇ ਘੱਟ ਦੇਣ ਡਿਆ। ਉਹ ਜਿੰਨੇ ਥਾਂ 'ਤੇ ਦਾ ਪ੍ਰਕਾਸ਼ ਹੋਊਗਾ, ਪੂਰਾ ਇੱਕ ਰਸ ਹੀ ਜਾਣ ਡਿਆ ਹੋਊਗਾ। ਇਸ ਤਰ੍ਹਾਂ ਚੇਤਨ ਹੀ ਪ੍ਰਕਾਸ਼ ਹੀ ਹੈ, ਇੱਕ ਰਸ ਹੈ। ਰਿਤ ਬਚਨੀ, ਫਿਰ ਵਾਕਾਂ ਕਰਕੇ ਕਥਨ ਤੋਂ ਰਹਿਤ। ਬਚਨੀ ਕਹੀਏ ਬਚਨ, ਬਚਨਾ ਕਰਕੇ ਉਹ ਕਥਨ ਕਰ ਦੋ ਨਿਰ ਕਹੀਏ ਰਹਿਤ ਆ। ਤਰ੍ਹਾਂ ਸਿਫਤੀ ਕਹਿਣ ਨਾ ਅੰਤ। ਕਿੰਨਾ ਕਹਿ ਲਾਂਗੇ ਉਹਦੀ ਐਸੀ ਰਚਨਾ, ਚੇਤਨ ਦੀ ਸਰਬ ਕਲਾ ਵਿਆਪੀ, ਕਿੰਨਾ ਕੁ ਦਾ ਕਹਿਣਾ ਕਿ ਜਸ ਕਹਿ ਨਹੀਂ ਸਕਦੇ। ਨਿਰਵਾਣ, ਫਿਰ ਮਾਨ ਨਾਮ ਆਦਤ ਦਾ ਹੁੰਦਾ। ਨਿਰਵਾਣ ਪਾਠ ਵੀ ਹੋ ਸਕਦਾ, ਇੱਥੇ ਨਿਰਵਾਣ ਹੀ। ਵਾਣ ਨਾਮ ਆਦਤਾਂ ਦਾ ਹੁੰਦਾ, ਆਦਤਾਂ ਤੋਂ ਰਹਿਤ ਹੈ। ਵਾਣ ਨਾਮ ਦੁੱਖਾਂ ਦਾ, ਦੁੱਖਾਂ ਤੋਂ ਵੀ ਰਹਿਤ ਆ। ਦੁੱਖ ਵੀ ਨਹੀਂ ਹੈ, ਆਤਮਾ ਨੂੰ ਵੀ ਨਹੀਂ, ਤੇ ਆਤਮਾ ਦੇ ਸਰੂਪ ਬ੍ਰਹਮ ਨੂੰ ਵੀ ਨਹੀਂ। ਅੰਦਰ ਜਿਹੜਾ ਸਰੀਰ ਅੰਦਰ ਆਤਮਾ ਨੂੰ ਕੋਈ ਦੁੱਖ ਨਹੀਂ। ਇਹਦੇ ਮਨ ਤਨ, ਮਨ ਦੇ ਦੁੱਖ ਸੁੱਖ ਆ, ਪ੍ਰਾਣਾਂ ਦੀ ਭੁੱਖ ਪਿਆਸ, ਸਰੀਰ ਦਾ ਜੰਮਣ ਮਰਨ। ਤੇ ਵਾਣ ਨਾਲ ਬੰਧਨਾਂ ਦਾ ਹੁੰਦਾ, ਬੰਧਨਾਂ ਤੋਂ ਰਹਿਤ ਆ। ਮੁੱਕ ਦੀ ਗੱਲ ਵਿਆਪਕ ਸਰੂਪ ਆ, ਇਹ ਸਮਝਣਾ। ਇੱਥੇ ਅਨਾਥ ਨਾਹਿਨ ਕੋ ਭੂਮਿਕਾ। ਅਨਾਥ ਦਾ ਕਈ ਅਰਥ ਆ ਵੀ ਅਨਾਥਪੁਰੀ ਕਵੀ ਸੰਤ ਜੀ ਕਥਨ ਕਰਦੇ ਆ ਕਿ ਐਸੀ ਕੋ ਭੂਮਿਕਾ, ਕੋਈ ਵੀ ਭੂਮਿਕਾ ਕਹੀਏ ਅਵਸਥਾ, ਪੌੜੀ ਮੰਜ਼ਲ, ਨਾਹਿਨ ਕਹੀਏ ਨਹੀਂ ਹੈ। ਜਾ ਪਰ ਕਥਿਐ ਗਿਆਨ, ਜਾ ਪਰ ਕਹੀਏ ਜਿਸ ਉੱਤੇ, ਗਿਆਨ ਕਹੀਏ ਗਿਆਨ ਬਾਰੇ, ਕਥੀਏ ਕਥਨ ਕਰੀ। ਜਿਸ ਅਵਸਥਾ ਉੱਪਰ ਗਿਆਨ ਦਾ ਕਥਨ ਕਰ ਸਕੀਏ।
ਐਸੀ ਅਵਸਥਾ ਉਹ ਆਤਮ ਸਰੂਪ ਤੇ ਐਸਾ ਹੈ ਜਿੱਥੇ ਕੋਈ ਗਿਆਨ ਦੀ ਅਵਸਥਾ ਭੂਮਿਕਾ ਮੰਜ਼ਿਲ ਨਹੀਂ ਪਹੁੰਚਦੀ। ਮਤਲਬ ਆ ਗਿਆਨ ਜਿਹੜਾ ਕਿ ਨਾ ਗਿਆਨ ਪ੍ਰਾਪਤ ਕਰਕੇ ਉਹਨੂੰ ਪ੍ਰਾਪਤ ਕਰਨਾ, ਮਤਲਬ ਉੱਥੇ ਕਿਹਾ ਨਹੀਂ ਜਾ ਸਕਦਾ। ਜੈਸਾ ਤੂੰ ਤੈਸਾ ਤੁਹੀ ਕਿਆ ਪਮਾ ਦੀ ਜੈ, ਜਾਂ ਵੀ ਉਹਦਾ ਆਪਾਂ ਅੰਤ ਨਹੀਂ ਲੈ ਸਕਦੇ। ਜਾਂ ਪਰ ਕਥੀਏ ਗਿਆਨ, ਜਿਸ ਸਰੂਪ ਉੱਪਰ ਗਿਆਨ ਦਾ ਕਥਨ ਕਰ ਸਕੀਏ ਐਸਾ ਹੈ ਉਹ, ਤੇ ਵੀ ਉਹਦੇ ਸਰੂਪ ਦੇ ਕੋਈ ਆਪਾਂ ਲੱਛਣ ਦੱਸ ਕੇ ਕਥਨ ਕਰ ਸਕੀਏ, ਜਾਂ ਆਤਮ ਸਰੂਪ ਦੇ ਸੰਬੰਧ ਵਿੱਚ ਕੋਈ ਗਿਆਨ ਝਾੜ ਸਕੀਏ, ਨਹੀਂ ਝਾੜ ਸਕਦੇ। ਗ੍ਰੰਥਾਂ ਦਾ ਕਥਨ ਹੈ ਆਤਮਾ ਐਸਾ ਹੈ ਸੁਖ ਦੁੱਖ ਤੋਂ ਰਹਿਤ ਕਹਿੰਦੇ ਆ, ਪਰ ਪ੍ਰਤੱਖ ਉਹਨੂੰ ਆਤਮਾ ਨੂੰ ਜਾਣ ਕੇ ਕਥਨ ਕਰਨਾ ਬਹੁਤ ਕਠਿਨ ਹੈ, ਨਹੀਂ ਕਿਹਾ ਜਾ ਸਕਦਾ। ਜਿਨ ਹਰ ਪਾਇਓ ਤਿਨੈ ਛੁਪਾਇਓ, ਉਹਦੇ ਉੱਪਰ ਕੋਈ ਗਿਆਨ ਲਾਗੂ ਨਹੀਂ ਹੁੰਦਾ। ਐਸੀ ਉਹ ਐਸਾ ਹੈ ਆਤਮ ਚੇਤਨ ਸਰੂਪ, ਕਿਉਂਕਿ ਨਿਰਬਚਨੀ ਕਿਹਾ ਹੈ, ਬਚਨਾਂ ਤੋਂ ਕਥਨ ਕਰਨ ਤੋਂ ਰਹਿਤ। ਤੇ ਗਿਆਨ, ਜਦੋਂ ਗਿਆਨ ਦੀ ਗੱਲ ਕਰਾਂਗੇ ਤੇ ਫਿਰ ਬਚਨਾਂ ਰਾਹੀਂ ਕਰਾਂਗੇ, ਇਸ ਕਰਕੇ ਬਚਨਾਂ ਕਰਕੇ ਇਹਨੂੰ ਕਿਹਾ ਨਹੀਂ ਜਾ ਸਕਦਾ। ਸੋ ਜੇ ਇੱਥੇ ਸਮਾਪਤੀ ਕਰੀਏ। ਅੱਗੇ ਸ੍ਰੀ ਗੁਰੂ ਆਚ ਗੁਰੂਦੇਵ ਜੀ ਆਪਣੇ ਸੇਵਕ ਨੂੰ ਪਰਮੇਸ਼ਰ ਵਿੱਚ ਨਿਸ਼ਚਾ ਦੇ ਕੇ ਉਹਦੇ ਨਿਸ਼ਚੇ ਦੀ ਸ਼ਲਾਘਾ ਰੂਪ ਵਿੱਚ ਬਚਨ ਕਰਨਗੇ, ਵਡਿਆਈ ਕਰਨਗੇ ਉਹਦੀ। ਇਹ ਸਿੱਖ ਨੇ ਜਿਹੜਾ ਕਥਨ ਕੀਤਾ ਹੈ, ਹੁਣ ਗੁਰੂ ਸਾਹਿਬ ਨੂੰ ਹੋਰ ਪਰਪਕਤਾ ਬਖਸ਼ਣਗੇ। ਸੋ ਇੱਥੇ ਆਪਾਂ ਅੱਜ ਸਮਾਪਤੀ ਕਰੀਏ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਜਿਹੜੀ ਹੈ ਸਮਾਪਤੀ ਹੈ ਜੀ। ਅਗ ਹੈ ਅਗੋਚਰ ਏਕ ਰਸ, ਨਿਰਬਚਨੀ ਨਿਰਵਾਨ, ਅਨਾਥ ਨਾਹਿਨ ਕੋ ਭੂਮਿਕਾ, ਜਾ ਪਰ ਕਥੀਐ ਗਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਪਰ ਦੇ ਰਾਰੇ ਨੂੰ ਹੁਸ਼ਿਆਰੀ ਜਿਹੜੀ ਆ ਉਹ ਪਾ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।